ਪੰਜਾਬ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਲੈ ਕੇ ਹਾਜ਼ਰ ਹਾਂ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਅੱਜ ਦੀਆਂ ਸਭ ਤੋਂ ਵੱਡੀਆਂ ਖਬਰਾਂ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਅੱਜ ਦਿੱਲੀ ਪੇਸ਼ੀ ਹੋਣ ਜਾ ਰਹੀ ਹੈ ਨਵਜੋਤ ਸਿੰਘ ਸਿੱਧੂ ਦੀ। ਦਿੱਲੀ ਅੱਜ ਨਵਜੋਤ ਸਿੰਘ ਸਿੱਧੂ ਨੂੰ ਸੱਦਿਆ ਗਿਆ ਹੈ। ਸ਼ਾਮ 4 ਵਜੇ ਕੇਸੀ ਵੇਣੂਗੋਪਾਲ ਤੇ ਹਰੀਸ਼ ਰਾਵਤ ਨਾਲ ਉਹਨਾਂ ਦੀ ਮੁਲਾਕਾਤ ਹੋਊਗੀ। ਪਰ ਇਸ ਮੁਲਾਕਾਤ ਦੇ ਵਿੱਚ ਹੋਵੇਗਾ ਕਿ ਅਸੀਂ ਪ੍ਰੋਗਰਾਮ ਵਿੱਚ ਉਹ ਵੀ ਦੱਸਾਂਗੇ ਤੇ ਨਾਲ ਦੀ ਨਾਲ ਇਸ ਪੇਸ਼ੀ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਖੁੱਲੇ ਤੌਰ ਤੇ ਬਗਾਵਤ ਕਰ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਖੁੱਲੇ ਤੌਰ ਤੇ ਮੋਰਚਾ ਖੋਲ ਦਿੱਤਾ ਗਿਆ ਆਪਣੀ ਹੀ ਸਰਕਾਰ ਦੇ ਖਿਲਾਫ, ਚੰਨੀ ਸਰਕਾਰ ਦੇ ਖਿਲਾਫ। ਕੀ ਕੁਝ ਕਹਿੰਦੇ ਨੇ ਨਵਜੋਤ ਸਿੰਘ ਸਿੱਧੂ ਉਹ ਵੀ ਤੁਹਾਨੂੰ ਦੱਸਾਂਗੇ। ਤਾਂ ਇਸ ਬਗਾਵਤ ਦਾ ਮੀਟਿੰਗ ਤੋਂ ਪਹਿਲਾਂ ਇਸ ਬਗਾਵਤ ਦਾ ਮਤਲਬ ਕੀ ਹੈ ਉਹ ਵੀ ਤੁਹਾਨੂੰ ਦੱਸਾਂਗੇ ਤੇ ਬਗਾਵਤ ਤੋਂ ਬਾਅਦ ਜਦੋਂ ਮੀਟਿੰਗ 'ਚ ਜਾਣਗੇ ਇਸ ਬਗਾਵਤ ਦਾ ਮੀਟਿੰਗ ਦੇ ਵਿੱਚ ਅਸਰ ਕੀ ਦਿਖੇਗਾ ਇਸ ਤੇ ਵੀ ਗੱਲਬਾਤ ਕਰਾਂਗੇ। ਤਾਂ ਅਗਲੀ ਖਬਰ ਹੈ ਉਹ ਇਹ ਹੈ ਕਿ ਜਿਹੜਾ BSF ਦਾ ਪੰਜਾਬ ਦੇ ਅੰਦਰ ਅਧਿਕਾਰ ਕੇਂਦਰ ਵਧਾਇਆ ਗਿਆ 15 ਕਿਲੋਮੀਟਰ ਤੋਂ ਵਧਾ ਕੇ 50 ਕਿਲੋਮੀਟਰ ਕਰ ਦਿੱਤਾ ਗਿਆ। ਉਸ ਤੋਂ ਲੈ ਕੇ ਪੰਜਾਬ ਵਿੱਚ ਹਾਹਾਕਾਰ ਮਚੀ ਹੋਈ ਹੈ। ਪੰਜਾਬ ਦੇ ਅੰਦਰ ਸਿਆਸੀ ਬਵਾਲ ਖੜਾ ਹੋਇਆ ਹੈ। ਵੱਖ-ਵੱਖ ਪਾਰਟੀਆਂ ਇਸ ਦਾ ਵਿਰੋਧ ਕਰ ਰਹੀਆਂ ਨੇ। ਚਰਨਜੀਤ ਸਿੰਘ ਚੰਨੀ ਜਾਖੜ ਸਮੇਤ ਵੱਖ-ਵੱਖ ਪਾਰਟੀਆਂ ਜਿਹੜੀਆਂ ਇਸ ਦਾ ਵਿਰੋਧ ਕਰ ਰਹੀਆਂ ਨੇ। ਭਾਜਪਾ ਦਾ RSS ਦੀ ਸੰਘੀ ਢਾਂਚੇ ਦਾ ਜਿਹੜਾ ਹੈ ਹਮਲਾ ਦੱਸ ਰਹੀਆਂ ਨੇ। ਤਾਂ ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਇਸ ਦੇ ਉਲਟ ਬਿਆਨ ਦੇ ਰਹੇ ਨੇ। ਕੀ ਕੁਝ ਕਹਿੰਦੇ ਨੇ ਕੈਪਟਨ ਅਮਰਿੰਦਰ ਸਿੰਘ, ਕਿਸ ਤਰੀਕੇ ਨਾਲ ਭਾਜਪਾ ਦੇ ਪੱਖ ਦੇ ਵਿੱਚ ਖੜੇ ਦਿਖਾਈ ਦੇ ਰਹੇ ਨੇ ਕੈਪਟਨ ਅਮਰਿੰਦਰ ਸਿੰਘ, ਇਸ ਪੂਰੇ ਮਾਮਲੇ ਦੇ ਵਿਚਾਰ ਚਰਚਾ ਕਰਾਂਗੇ। ਵਿਚਾਰ ਚਰਚਾ ਲਈ ਮੇਰੇ ਨਾਲ ਜੁੜੇ ਹੋਏ ਨੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਸਰ ਤੁਹਾਡਾ ਦਾ ਪ੍ਰੋਗਰਾਮ। बहुत बहुत शुक्रिया, मेहरबानी, धन्यवाद सुखिंदर जी। सर ਅੱਜ ਪੇਸ਼ੀ ਹੈ ਨਵਜੋਤ ਸਿੰਘ ਸਿੱਧੂ ਦੀ। ਨਵਜੋਤ ਸਿੰਘ ਸਿੱਧੂ ਨੇ ਮੀਟਿੰਗ ਲਈ ਜਾਣਾ ਹੈ। ਹਰੀਸ਼ ਰਾਵਤ ਦੇ ਵੱਲੋਂ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਸੀ। ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਕਿ ਸੰਗਠਨਾਤਮਕ ਢਾਂਚੇ ਦੇ ਉੱਪਰ ਵਿਚਾਰ ਚਰਚਾ ਇਸ ਮੀਟਿੰਗ ਦੇ ਵਿੱਚ ਕੀਤੀ ਜਾਣੀ। ਤਾਂ ਕੁਝ ਦਿਨ ਪਹਿਲਾਂ ਨਵਜੋਤ ਸਿੰਘ ਸਿੱਧੂ ਦੀਆਂ ਕੁਝ ਵੀਡੀਓ ਵਾਇਰਲ ਹੁੰਦੀਆਂ, ਉਹਦੇ ਵਿੱਚ ਕਈ ਤਰੀਕੇ ਦੇ ਜਿਹੜੇ ਬਿਆਨ ਆ ਉਹਨਾਂ ਨੂੰ ਲੈ ਕੇ ਵਿਵਾਦ ਖੜਾ ਹੋ ਜਾਂਦਾ ਹੈ। ਹਾਲਾਂਕਿ ਲੋਕਾਂ ਦੇ ਵਿੱਚ ਉਸ ਚੀਜ਼ ਨੂੰ ਲੈ ਕੇ ਕੋਈ ਜ਼ਿਆਦਾ ਨਹੀਂ, ਪਰ ਸਿਆਸੀ ਬਵਾਲ ਸਿਆਸੀ ਵਿਰੋਧੀਆਂ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਉਹ ਜ਼ਰੂਰ ਖੜਾ ਕਰ ਦਿੱਤਾ ਜਾਂਦਾ ਹੈ। ਤੇ ਹੁਣ ਨਵਜੋਤ ਸਿੰਘ ਸਿੱਧੂ ਦੀ ਪੇਸ਼ੀ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਖੁੱਲੇ ਤੌਰ ਤੇ ਇੱਕ ਤਰੀਕੇ ਦੀ ਬਗਾਵਤ ਕਰ ਦਿੱਤੀ। ਉਹਨਾਂ ਨੇ ਕਹਿਤਾ ਕਿ ਹਾਈ ਕਮਾਂਡ ਦਾ ਮੈਂ ਸ਼ੁਕਰਗੁਜ਼ਾਰ ਹਾਂ ਮਾਨ ਸਰਕਾਰ ਦੇ ਲਈ, ਪਰ ਸਮਝੌਤੇ ਕਰਕੇ ਅੱਗੇ ਨਹੀਂ ਵਧਿਆ ਜਾ ਸਕਦਾ। ਕਹਿੰਦੇ ਸਮਝੌਤੇ ਜੇਕਰ ਕੀਤੇ ਤਾਂ ਰਾਖਸ਼ ਰੂਪੀ ਸਿਸਟਮ ਜਿਹੜਾ ਉਹ ਤੁਹਾਡੇ ਅੱਗੇ ਖੜਾ ਹੋ ਜਾਵੇਗਾ ਤੇ ਜਿਹੜਾ ਪੰਜਾਬ ਨੂੰ, ਤੁਹਾਡੇ ਲੋਕਾਂ ਨੂੰ ਉਹ ਖਾ ਜਾਵੇਗਾ। ਕਿਵੇਂ ਦੇਖਦੇ ਹੋ ਕਿ ਹੁਣ ਆਪਣੀ ਸਰਕਾਰ ਹੈ, ਮੁੱਖ ਮੰਤਰੀ ਵੀ ਬਦਲਾ ਰਿਹਾ ਗਿਆ, ਹੋਰ ਨਵਾਂ ਮੁੱਖ ਮੰਤਰੀ ਆ ਗਿਆ, ਫਿਰ ਵੀ ਇਸ ਤਰੀਕੇ ਦੀ ਬਗਾਵਤ ਇਹ ਇਸ਼ਾਰਾ ਕਰਦੀ ਹੈ ਕਿ ਪੰਜਾਬ ਦੇ ਅੰਦਰ ਸਿਰਫ ਮੁੱਖ ਮੰਤਰੀ ਦਾ ਚਿਹਰਾ ਬਦਲਿਆ, ਸਿਸਟਮ ਉਹੀ ਚੱਲ ਰਿਹਾ। ਕਿਵੇਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਦੀ ਇਸ ਬਗਾਵਤ? ਸੁਖਵਿੰਦਰ ਜੀ ਦੇਖੋ, ਆਪਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਜਿਸ ਨੂੰ ਆਪਾਂ ਅੱਜ ਬਗਾਵਤ ਕਹਿ ਰਹੇ ਹਾਂ, ਉਹ ਮੈਨੂੰ ਲੱਗਦਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਬਗਾਵਤ ਨਹੀਂ ਹੈ, ਉਹ ਮੁੱਦਿਆਂ ਦੀ ਲੜਾਈ ਹੈ। ਇਸ ਵੇਲੇ ਨਵਜੋਤ ਸਿੰਘ ਸਿੱਧੂ ਵਾਹਿਦ ਇੱਕ ਐਸੇ ਲੀਡਰ ਸਾਹਮਣੇ ਆ ਰਹੇ ਨੇ ਕਾਂਗਰਸ ਦੇ ਵਿੱਚ ਜਿਹੜੇ ਕਿ ਪੰਜਾਬ ਦੀ ਕਾਂਗਰਸ ਨੂੰ ਮੁੱਦਿਆਂ ਦੀ ਲੜਾਈ ਦੇ ਉੱਤੇ ਕੇਂਦਰਿਤ ਕਰਨਾ ਚਾਹੁੰਦੇ ਨੇ ਔਰ ਮੁੱਦਿਆਂ ਦੀ ਲੜਾਈ ਪੰਜਾਬ ਦੇ ਲੋਕਾਂ ਦੇ ਲਈ ਔਰ ਪੰਜਾਬ ਦੇ ਭਲੇ ਦੇ ਲਈ, ਪੰਜਾਬ ਦੀ ਖੁਸ਼ਹਾਲੀ ਦੇ ਲਈ ਇੱਕ ਵੱਡੀ ਲੜਾਈ ਉਹ ਲੜਨਾ ਚਾਹੁੰਦੇ ਨੇ। ਸੋ ਇਸ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਸਪੇਸ ਨਹੀਂ ਨਜ਼ਰ ਆ ਰਹੀ। ਵੱਡੀ ਗੱਲ ਜਿਹੜੀ ਸਮੱਸਿਆ ਜਿੱਥੇ ਪੈਦਾ ਹੋ ਰਹੀ ਹੈ ਉਹ ਇਹ ਹੋ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੇ ਵਿੱਚ ਉਹ ਸਪੇਸ ਨਹੀਂ ਮਿਲ ਰਹੀ ਜਿਸ ਸਪੇਸ ਦੇ ਕਰਕੇ ਉਹ ਇੱਕ ਉਹਨਾਂ ਦਾ ਜੋ ਸੁਪਨਾ ਹੈ ਕਿ ਮੈਂ ਇੱਕ ਪੰਜਾਬ ਦੇ ਲਈ ਆਹ ਕੰਮ ਕਰਨਾ ਚਾਹੁੰਦਾ, ਪੰਜਾਬ ਦੇ ਖਜ਼ਾਨੇ ਨੂੰ ਭਰਨਾ ਚਾਹੁੰਦਾ, ਪੰਜਾਬ ਦੀਆਂ ਜਿਹੜੀਆਂ ਦਿੱਕਤਾਂ ਨੇ, ਪੰਜਾਬ ਦੀਆਂ ਸਮੱਸਿਆਵਾਂ ਨੇ, ਉਹਨਾਂ ਨੂੰ ਮੈਂ ਏਦਾਂ ਹੱਲ ਕਰਨਾ ਚਾਹੁੰਦਾ। ਮੇਰੇ ਕੋਲ ਇੱਕ ਬਲੂ ਪ੍ਰਿੰਟ ਦੇ ਤੌਰ ਤੇ ਉਹ ਜੋ ਲੈ ਕੇ ਆਉਣਾ ਚਾਹੁੰਦੇ ਨੇ। ਸੋ ਯਾਨੀ ਕਿ ਇੱਕ ਪੂਰੇ ਦਾ ਪੂਰਾ ਜਿਹੜਾ ਪੰਜਾਬ ਮਾਡਲ ਦੀ ਜਿਸ ਕਿਸਮ ਦੀ ਉਹ ਗੱਲ ਕਰਦੇ ਨੇ ਉਸ ਕਿਸਮ ਦਾ ਮਾਡਲ ਉਹਨਾਂ ਨੂੰ ਕਰਨ ਨਹੀਂ ਦਿੱਤਾ ਜਾ ਰਿਹਾ ਜਾਂ ਉਹਨਾਂ ਦਾ ਹਜੇ ਹੱਥ ਨਹੀਂ ਪੈ ਰਿਹਾ ਇਹ ਸਭ ਕਾਸੇ ਦੇ ਵਿੱਚ। ਸੋ ਇਸ ਕਰਕੇ ਕਿਤੇ ਨਾ ਕਿਤੇ ਤੁਸੀਂ ਦੇਖੋਗੇ ਕਿ ਨਿਰਾਸ਼ਾ ਵੀ ਉਹਨਾਂ ਦੇ ਇਹਨਾਂ ਬਿਆਨਾਂ ਦੇ ਵਿੱਚ ਝਲਕ ਰਹੀ ਹੈ ਔਰ ਕਿਤੇ ਨਾ ਕਿਤੇ ਆਸ ਦੀ ਕਿਰਨ ਵੀ ਨਜ਼ਰ ਆ ਰਹੀ ਹੈ। ਔਰ ਦੋਨੋਂ ਪੱਖ ਜਦੋਂ ਅਸੀਂ ਵੇਖਦੇ ਹਾਂ ਨਵਜੋਤ ਸਿੰਘ ਸਿੱਧੂ ਦੇ, ਤਾਂ ਤੁਸੀਂ ਦੇਖੋਗੇ ਕਿ ਨਵਜੋਤ ਸਿੰਘ ਸਿੱਧੂ ਦੇ ਜੋ ਲਗਾਤਾਰ ਲਗਭਗ ਆਪਾਂ ਕਹਿ ਸਕਦੇ ਹਾਂ ਕਿ ਇਹ ਕੋਈ ਨਵੀਂ ਬਗਾਵਤ ਨਹੀਂ ਹੈ ਕਿ ਉਹਨਾਂ ਨੇ ਪਹਿਲੀ ਵਾਰੀ ਚੰਨੀ ਸਾਹਿਬ ਦੇ ਖਿਲਾਫ ਕੋਈ ਵੱਡੀ ਬਗਾਵਤ ਕੀਤੀ ਹੈ। ਇਸ ਤਰ੍ਹਾਂ ਦੇ ਬਿਆਨ ਉਹਨਾਂ ਦੇ ਪਹਿਲਾਂ ਵੀ ਲਗਾਤਾਰ, ਜਦੋਂ ਆਪਾਂ ਕਹਿ ਸਕਦੇ ਹਾਂ ਕਿ ਕੈਪਟਨ ਸਾਹਿਬ ਦੀ ਸੱਤਾ ਸੀਗੀ ਉਸ ਵੇਲੇ ਵੀ ਇਸ ਤਰ੍ਹਾਂ ਦੇ ਬਿਆਨ ਆਉਂਦੇ ਰਹੇ ਹੈ ਔਰ ਕੈਪਟਨ ਸਾਹਿਬ ਇਹਨਾਂ ਬਿਆਨਾਂ ਕਰਕੇ ਕਾਫੀ ਗੁੱਸੇ ਵੀ ਆਪਾਂ ਨੂੰ ਪਤਾ ਹੈ ਕਿ ਉਹ ਦੇਖਦੇ ਸੀਗੇ। ਸੋ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਲਗਾਤਾਰ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਆਪਣੀਆਂ ਸਰਕਾਰਾਂ ਨੂੰ ਜਾਂ
ਪਿਛਲੀਆਂ ਜਿਹੜੀਆਂ ਸਰਕਾਰਾਂ ਹੁਣ ਤੱਕ ਆਈਆਂ ਨੇ ਉਹਨਾਂ ਦੀਆਂ ਸਰਕਾਰਾਂ ਨੂੰ ਉਹ ਘੇਰਦੇ ਨਜ਼ਰ ਆਏ ਨੇ। ਸੋ ਇਸ ਕਰਕੇ ਨਵੀਂ ਗੱਲ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹਨਾਂ ਟਵੀਟਾਂ ਦੇ ਵਿੱਚ ਜਾਂ ਇਹਨਾਂ ਮੁਲਾਕਾਤਾਂ ਦੇ ਵਿੱਚ ਜਾਂ ਇਹਨਾਂ ਬਿਆਨਾਂ ਦੇ ਵਿੱਚ ਕੋਈ ਨਵੀਂ ਗੱਲ ਉਹਨਾਂ ਨੇ ਪੇਸ਼ ਕੀਤੀ ਆ। ਹਾਂ, ਕਿਉਂਕਿ ਇਹ ਸਮਾਂ ਜਿਹੜਾ ਹੈਗਾ ਬਹੁਤ ਕਰੂਸ਼ਲ ਸਮਾਂ ਹੈ, ਕਿਉਂਕਿ 22 ਦੇ ਵਿੱਚ ਜਦੋਂ ਚੋਣਾਂ ਹੋਣੀਆਂ ਨੇ ਉਸ ਦੇ ਵਿੱਚ ਬਹੁਤ ਸਮਾਂ ਥੋੜਾ ਰਹਿ ਗਿਆ ਔਰ ਉਸ ਥੋੜੇ ਸਮੇਂ ਦੇ ਵਿੱਚ ਬਹੁਤ ਕੁਝ ਉਹ ਕਰਨਾ ਚਾਹੁੰਦੇ ਸੀਗੇ, ਉਹ ਉਹਨਾਂ ਨੂੰ ਜਿਹੜਾ ਕਰਨ ਦਾ ਮੌਕਾ ਜਿਹੜਾ ਹੈਗਾ ਨਹੀਂ ਮਿਲ ਰਿਹਾ। ਇਸ ਕਰਕੇ ਕਿਤੇ ਨਾ ਕਿਤੇ ਮੀਟਿੰਗ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਵੱਖ-ਵੱਖ ਜਿਹੜੇ ਮੁੱਦੇ ਚੱਕ ਦਿੱਤੇ ਆ ਪੰਜਾਬ ਦੇ, ਕਿਉਂਕਿ ਲਗਾਤਾਰ ਨਵਜੋਤ ਸਿੰਘ ਸਿੱਧੂ 18 ਨੁਕਾਤੀ ਏਜੰਡਿਆਂ ਦੇ ਉੱਪਰ ਗੱਲਾਂ ਬਾਤਾਂ ਕਰਦੇ ਰਹੇ ਆ। ਤਾਂ ਬਹੁਤ ਸਾਰੇ ਲੋਕ ਇਹ ਕਹਿ ਰਹੇ ਸੀ ਕਿ ਭਾਈ ਮੁੱਖ ਮੰਤਰੀ ਬਦਲਣ ਤੋਂ ਬਾਅਦ ਜਾਂ ਸਿੱਧੂ ਪ੍ਰਧਾਨ ਬਣਨ ਤੋਂ ਬਾਅਦ ਜਿਹੜੇ ਆ ਉਹ ਬਦਲ ਤਾਂ ਨਹੀਂ ਜਾਣਗੇ, ਏਜੰਡੇ ਛੱਡ ਤਾਂ ਨਹੀਂ ਜਾਣਗੇ। ਤਾਂ ਲਗਾਤਾਰ ਨਵਜੋਤ ਸਿੰਘ ਸਿੱਧੂ ਜਿਹੜੇ ਏਜੰਡੇ ਚੱਕਦੇ ਆ ਰਿਹਾ, ਜਿੱਥੇ ਵੱਖ-ਵੱਖ ਫੈਸਲਿਆਂ ਦੇ ਉੱਪਰ ਕੇਜਰੀਵਾਲ ਮਾਫ ਕਰਨਾ ਚਰਨਜੀਤ ਸਿੰਘ ਚੰਨੀ ਨੂੰ ਘੇਰ ਰਹੇ ਨੇ ਅਰਵਿੰਦ ਕੇਜਰੀਵਾਲ, ਤਾਂ ਉੱਤੇ ਹੀ ਇੱਕ ਸਲੋਗਨ ਉਹਨਾਂ ਨੇ ਵਿੱਚ ਇਹ ਬੋਲਿਆ ਕਿ ਭਾਈ ਪੰਜਾਬ ਦਾ ਜਿਹੜਾ ਸਿਸਟਮ ਹੈ, ਪੰਜਾਬ ਮਾਡਲ ਹੈ, ਉਹ ਖਜ਼ਾਨਾ ਭਰ ਕੇ, ਪੰਜਾਬ ਮਾਡਲ ਦੱਸਦਾ ਕਿ ਖਜ਼ਾਨਾ ਭਰਨਾ ਕਿਵੇਂ ਹੈ, ਖਜ਼ਾਨਾ ਭਰਨਾ ਕਿਵੇਂ ਹੈ, ਜਿਹੜਾ ਮੇਰਾ ਪੰਜਾਬ ਮਾਡਲ ਹੈ ਉਹ ਇਹ ਦੱਸਦਾ ਹੈ। ਇਹ ਨਹੀਂ ਕਹਿੰਦਾ ਪੰਜਾਬ ਮਾਡਲ ਕਿ ਖਜ਼ਾਨਾ ਖਾਲੀ ਹੈ। ਇੱਕ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਤੇ ਜਿਹੜੇ ਇਲਜ਼ਾਮ ਜਾਂ ਆਪਾਂ ਕਹਿ ਦਈਏ ਕਿ ਉਹਨਾਂ ਨੂੰ ਸਿੱਧੇ ਤੌਰ ਤੇ ਘੇਰਿਆ, ਕਿਉਂਕਿ ਰੇਤੇ ਦੇ ਮਾਮਲੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਰੇਤਾ ਫ੍ਰੀ ਕਰਨ ਦੀ ਗੱਲ ਕਹੀ ਸੀ, ਤਾਂ ਨਵਜੋਤ ਸਿੰਘ ਸਿੱਧੂ ਨੇ ਇਹ ਗੱਲਾਂ ਕਹੀਆਂ ਕਿ ਭਾਈ ਤੁਸੀਂ ਰੇਤਾ ਫ੍ਰੀ ਦੇ ਕਿਉਂ ਰਹੇ ਹੋ, ਚੱਕਣ ਵਾਲੇ ਨੂੰ ਰੇਤਾ ਫ੍ਰੀ ਦੇ ਰਹੇ ਹੋ, ਜਿਹੜਾ ਚੱਕ ਕੇ ਗਾਂ ਫਿਰ ਭਲਾ 10 ਦੀ ਵੇਚੇ, ਭਲਾ 15 ਦੀ ਵੇਚੇ ਟਰਾਲੀ ਤੇ, ਭਲਾ 5 ਦੀ ਵੇਚੇ, ਜਾਂ ਫਿਰ ਜਿਹਨੇ ਵਰਤਣੀ ਹੈ ਜਾਂ ਫਿਰ ਜਿਹਨੇ ਵਰਤਣੀ ਆ ਉਹਨੂੰ ਫ੍ਰੀ ਦੇ ਰਹੇ ਹੋ। ਤੁਸੀਂ ਤਾਂ ਚੱਕਣ ਵਾਲੇ ਨੂੰ ਹੀ ਫ੍ਰੀ ਦੇ ਰਹੇ ਹੋ, ਚੱਕਣ ਵਾਲਾ ਉਹੀ ਚੱਕੇਗਾ ਜਿਹਦੇ ਕੋਲ ਟਰਾਲੀ ਆ ਜਾਂ ਜਿਹਦੇ ਕੋਲ ਟਿੱਪਰ ਹੈ, ਤੇ ਜਾਂ ਦੂਜਾ ਜਿਹੜਾ ਵਿਅਕਤੀ ਆਮ ਵਿਅਕਤੀ ਉਹਦੇ ਕੋਲ ਨਾ ਤਾਂ ਟਰਾਲੀ ਹੈ ਨਾ ਟਿੱਪਰ ਹੈ, ਉਹਨੂੰ ਫਿਰ ਫ੍ਰੀ ਕਿੱਦਾਂ ਹੋ ਗਿਆ। ਤਾਂ ਕੋਈ ਉਹੋ ਜਿਹੀ ਪਾਲਿਸੀ ਬਣਾ ਦੇਣੀ ਚਾਹੀਦੀ ਹੈ, ਕਹਿੰਦੇ ਫ੍ਰੀ ਭਲਾ ਨਾ ਦਿਓ, 1000 ਰੁਪਏ ਟਰਾਲੀ ਕਰ ਦਿਓ, ਉਹਦੇ ਨਾਲ ਵੀ ਬੜਾ ਸੌਖਾ ਤਰੀਕਾ ਹੋ ਜਾਊਗਾ। ਤਾਂ ਜਿੱਥੇ ਚਰਨਜੀਤ ਸਿੰਘ ਚੰਨੀ ਦੇ ਫੈਸਲੇ ਤੇ ਕਟਾਂਸ਼ ਕੱਸ ਕੇ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਉਹਨਾਂ ਨੂੰ ਘੇਰਿਆ ਗਿਆ, ਤਾਂ ਉੱਥੇ ਹੀ ਖਜ਼ਾਨਾ ਖਾਲੀ ਕਹਿਣ ਦੀ ਗੱਲ ਕਹਿ ਕੇ ਨਵਜੋਤ ਸਿੰਘ ਸਿੱਧੂ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਵੀ ਘੇਰ ਦਿੱਤਾ। ਤਾਂ ਸਾਫ਼ ਸਟੈਂਡ ਸਾਫ਼ ਕਰ ਦਿੱਤਾ ਉਹਨਾਂ ਨੇ ਦਿੱਲੀ ਮੀਟਿੰਗ ਤੋਂ ਪਹਿਲਾਂ ਕਿ ਭਾਈ ਮੈਂ ਆਪਦੇ ਆਹ ਸਟੈਂਡ ਤੇ ਖੜਾ, ਮੈਂ ਪੰਜਾਬ ਦੇ ਲੋਕਾਂ ਨਾਲ ਖੜਾ, ਮੈਂ ਪੰਜਾਬ ਦੇ ਮੁੱਦਿਆਂ ਤੇ ਖੜਾ। ਜੀ ਸੁਖਵਿੰਦਰ ਜੀ, ਤੁਸੀਂ ਦੇਖੋਗੇ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਸਿਰਫ ਇਹ ਨਹੀਂ ਇਸ ਵਾਰੀ ਕਿ ਖਜ਼ਾਨਾ ਕਿਵੇਂ ਭਰਨਾ ਹੈ ਉਹਦਾ ਕੋਈ ਮਾਡਲ ਪੇਸ਼ ਕੀਤਾ ਹੈ। ਪਿਛਲੇ ਲੰਬੇ ਸਮੇਂ ਤੋਂ ਚਾਹੇ ਉਹ ਲੀਕਰ ਮਾਫੀਏ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਸ਼ਰਾਬ ਮਾਫੀਏ ਤੋਂ ਕਿਵੇਂ ਵੱਧ ਤੋਂ ਵੱਧ ਖਜ਼ਾਨਾ ਜਿਹੜਾ ਹੈਗਾ ਭਰਿਆ ਜਾ ਸਕਦਾ ਹੈ, ਇਸੇ ਤਰ੍ਹਾਂ ਰੇਤ ਮਾਫੀਏ ਤੋਂ ਜਿਹੜਾ ਬਹੁਤ ਸਾਰਾ ਜਿਹੜਾ ਹੈਗਾ ਉਹਨੂੰ ਪੈਸਾ ਇਕੱਠਾ ਕੀਤਾ ਜਾ ਸਕਦਾ ਹੈ ਔਰ ਰੇਤ ਮਾਫੀਏ ਨੂੰ ਬੰਦ ਕਰਕੇ, ਸ਼ਰਾਬ ਮਾਫੀਏ ਨੂੰ ਖਤਮ ਕਰਕੇ, ਇਸੇ ਤਰ੍ਹਾਂ ਹੋਰ ਹਰ ਕਿਸਮ ਦੇ ਮਾਫੀਏ ਨੂੰ ਖਤਮ ਕਰਕੇ ਤੁਸੀਂ ਪੰਜਾਬ ਦੇ ਖਜ਼ਾਨੇ ਨੂੰ ਭਰ ਸਕਦੇ ਹੋ। ਕਿਉਂਕਿ ਜੇਕਰ ਤੁਹਾਡੇ ਕੋਲੇ ਖਜ਼ਾਨਾ ਖਾਲੀ ਹੋਏਗਾ ਤਾਂ ਤੁਸੀਂ ਜਿਹੜੇ ਵੱਡੇ ਵੱਡੇ ਵਾਅਦੇ ਕੀਤੇ ਹੋਏ ਨੇ, ਕੈਪਟਨ ਸਾਹਿਬ ਨੇ, ਆਪਾਂ ਨੂੰ ਪਤਾ ਹੈ 17 ਦੇ ਵਿੱਚ ਬਹੁਤ ਵੱਡੇ ਵੱਡੇ ਵਾਅਦੇ ਉਹਨਾਂ ਨੇ ਕੀਤੇ ਸੀਗੇ, ਉਹਨਾਂ ਵਾਅਦਿਆਂ ਨੂੰ ਪੂਰਾ ਜਿਹੜਾ ਹੈਗਾ ਤੁਸੀਂ ਨਹੀਂ ਕਰ ਸਕਦੇ ਬਗੈਰ ਖਜ਼ਾਨੇ ਭਰਨ ਤੋਂ। ਸੋ ਸਵਾਲ ਵੱਡਾ ਇਸ ਵੇਲੇ ਇਹੀ ਪੈਦਾ ਹੁੰਦਾ ਹੈ ਕਿ ਲਗਭਗ 3 ਲੱਖ ਕਰੋੜ ਰੁਪਏ ਦਾ ਪੰਜਾਬ ਦੇ ਉੱਤੇ ਕਰਜ਼ਾ ਹੈ ਔਰ 3 ਲੱਖ ਕਰੋੜ ਰੁਪਏ ਦਾ ਜਦੋਂ ਕਰਜ਼ਾ ਹੈ ਤਾਂ ਇਹਦਾ ਵਿਆਜ ਹੀ ਆਪਾਂ ਨੂੰ ਪਤਾ ਹੈ ਕਿ ਹਜ਼ਾਰਾਂ ਕਰੋੜ ਰੁਪਇਆ ਜਿਹੜਾ ਹੈਗਾ ਉਹ ਵਿਆਜ ਦੇ ਵਿੱਚ ਚਲਾ ਜਾਂਦਾ ਹੈ। ਸੋ ਇਸ ਕਰਕੇ ਅਸੀਂ ਕੀ ਕਰ ਰਹੇ ਹਾਂ, ਪੰਜਾਬ ਦੇ ਲੋਕਾਂ ਨੂੰ ਉਹਨਾਂ ਨੇ ਗੱਲ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਨਵਜੋਤ ਸਿੰਘ ਸਿੱਧੂ ਨੇ ਕਿ ਇਹ ਨਾ ਸਮਝਿਆ ਜਾਏ ਕਿ ਇਹ ਜਿਹੜਾ 3 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਇਹ ਕੋਈ ਸਰਕਾਰ ਦੇ ਉੱਤੇ ਕਰਜ਼ਾ ਹੈ। ਸਰਕਾਰ ਨੇ ਕੋਈ ਆਪਣੀ ਜੇਬ ਚੋਂ ਨਹੀਂ ਦੇਣਾ, ਸਰਕਾਰ ਨੇ ਲੋਕਾਂ ਦੀ ਲੁੱਟ ਕਰਨੀ ਹੈ ਔਰ ਲੋਕਾਂ ਦਾ ਜਿਹੜਾ ਪੈਸਾ ਹੈ, ਖਾਸ ਤੌਰ ਤੇ ਜਿਹੜਾ ਟੈਕਸਾਂ ਦੇ ਰੂਪ ਦੇ ਵਿੱਚ ਸਾਡਾ ਪੈਸਾ ਜਾਂਦਾ ਹੈ ਸਰਕਾਰੀ ਖਜ਼ਾਨੇ ਦੇ ਵਿੱਚ, ਉਹਦੇ ਰਾਹੀਂ ਹੀ ਸਾਰਾ ਕੁਝ ਜਿਹੜਾ ਹੈਗਾ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਹੈ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੇ ਬਕਾਇਦਾ ਤੌਰ ਤੇ ਇਹ ਕਿਹਾ ਹੈ ਕਿ ਸਭ ਤੋਂ ਜ਼ਰੂਰੀ ਹੈ ਇਸ ਵੇਲੇ ਕਿ ਖਾਲੀ ਖਜ਼ਾਨੇ ਨੂੰ ਭਰਿਆ ਜਾਏ ਔਰ 3 ਲੱਖ ਕਰੋੜ ਰੁਪਏ ਦਾ ਜਿਹੜਾ ਕਰਜ਼ਾ ਹੈ ਉਹਨੂੰ ਕਿਵੇਂ ਨਾ ਕਿਵੇਂ ਜਿਹੜਾ ਹੈਗਾ ਉਹਨੂੰ ਮਾਫ ਕੀਤਾ ਜਾਏ ਜਾਂ ਉਹਨੂੰ ਜਿਹੜਾ ਹੈਗਾ ਉਹਨੂੰ ਚੁਕਾਇਆ ਜਾਏ। ਸੋ ਇਸ ਕਰਕੇ ਵੱਡਾ ਸਵਾਲ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਨੇ ਪੰਜਾਬੀਆਂ ਦੇ ਸਾਹਮਣੇ ਵੀ ਰੱਖਿਆ ਹੈ, ਪੰਜਾਬ ਦੇ ਲੋਕਾਂ ਦੇ ਸਾਹਮਣੇ ਵੀ ਰੱਖਿਆ ਹੈ ਔਰ ਇਹ ਖਜ਼ਾਨੇ ਦੇ ਉਹਨਾਂ ਨੇ ਹੱਲ ਵੀ ਦੱਸਿਆ ਹੈ ਕਿ ਇਹਦਾ ਮਤਲਬ ਇਹ ਨਹੀਂ ਕਿ ਇਕੱਲੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ, ਸਿਰਫ ਸਵਾਲ ਖੜੇ ਕਰਨ ਦਾ ਮਕਸਦ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇਸ ਖਜ਼ਾਨੇ ਨੂੰ ਭਰਿਆ ਜਾ ਸਕਦਾ ਹੈ ਔਰ ਭਰਿਆ ਵੀ ਪੰਜਾਬ ਦੇ ਮਾਡਲ ਦੇ ਰਾਹੀਂ ਜਾਇਆ ਜਾ ਸਕਦਾ ਹੈ। ਭਰਿਆ ਕਿਵੇਂ ਜਾ ਸਕਦਾ? ਉਹ ਕਹਿੰਦੇ ਕਿ ਇਹ ਗੱਲ ਕਹਿ ਕੇ 18 ਨੂੰ ਕਾਤੀ ਏਜੰਡੇ ਇਸ ਤਰੀਕੇ ਨਾਲ ਪੈਦਾ ਨਹੀਂ ਹੋਣੇ ਕਿ ਖਜ਼ਾਨਾ ਖਾਲੀ ਹੈ। 18 ਨੂੰ ਕਾਤੀ ਏਜੰਡੇ ਇਸ ਤਰੀਕੇ ਨਾਲ ਖਾਲੀ ਹੋਣਗੇ, ਖਜ਼ਾਨਾ ਭਰਿਆ ਵੀ ਜਾਣਾ ਚਾਹੀਦਾ, ਕਿਉਂਕਿ ਬਹੁਤ ਸਾਰਾ ਜਿਹੜਾ ਕੰਮ ਹੈ 18 ਨੂੰ ਕਾਤੀ ਏਜੰਡਿਆਂ ਨੂੰ ਵਿੱਚ ਲੈ ਕੇ ਤਾਂ ਉਹ ਪੰਜਾਬ ਤੋਂ ਪੈਸੇ ਤੋਂ ਬਿਨਾਂ ਪੰਜਾਬ ਨੂੰ ਤਾਂ ਹੋ ਕੁਝ ਨਹੀਂ ਸਕਦਾ। ਸਭ ਤੋਂ ਵੱਡੀ ਮਾਰ ਤਾਂ ਇਹੀ ਹੈ ਕਿ ਪੰਜਾਬ ਦੇ ਉੱਪਰ ਲੱਖਾਂ ਕਰੋੜਾਂ ਦਾ ਜਿਹੜਾ ਕਰਜ਼ਾ ਹੈ।
ਬਿਲਕੁਲ ਬਿਲਕੁਲ ਇਹੀ ਗੱਲ ਉਹਨਾਂ ਨੇ ਕਹੀ ਹੈ ਕਿ ਤੁਸੀਂ ਜਿਹੜੇ ਵੱਖ-ਵੱਖ ਮਾਫੀਆ ਇਸ ਵੇਲੇ ਚੱਲ ਰਹੇ ਨੇ, ਚਾਹੇ ਉਹ ਟਰਾਂਸਪੋਰਟ ਮਾਫੀਆ ਹੈ, ਚਾਹੇ ਹੋਰ ਤਰ੍ਹਾਂ-ਤਰ੍ਹਾਂ ਦੇ ਜਿਹੜੇ ਮਾਫੀਏ ਚੱਲੇ ਨੇ, ਉਹਨਾਂ ਨੂੰ ਨੱਥ ਪਾ ਕੇ ਉਹਨਾਂ ਨੂੰ ਕੰਟਰੋਲ ਕਰਕੇ ਉਹੀ ਪੈਸਾ ਜਿਹੜਾ ਮਾਫੀਏ ਕੋਲ ਜਾਂਦਾ ਹੈ, ਉਹੀ ਪੈਸਾ ਖਜ਼ਾਨੇ ਨਾਲ ਜਿਹੜਾ ਹੈਗਾ ਖਜ਼ਾਨੇ ਦੇ ਵਿੱਚ ਜਾਇਆ ਜਾ ਸਕਦਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਬਹੁਤ ਵਧੀਆ ਬਲੂਪ੍ਰਿੰਟ ਜਿਹੜੇ ਨੇ ਨਵਜੋਤ ਸਿੰਘ ਸਿੱਧੂ ਨੇ ਦਿੱਤੇ ਨੇ। ਜੇਕਰ ਸਰਕਾਰਾਂ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉਸ ਪ੍ਰੋਗਰਾਮ ਦੇ ਉੱਤੇ ਚੱਲਦੀਆਂ ਨੇ, ਜਿਹੜਾ ਮਾਡਲ ਉਹ ਦੇਣ ਦੀ ਕੋਸ਼ਿਸ਼ ਕਰਦੇ ਨੇ, ਤਾਂ ਲਾਜ਼ਮੀ ਤੌਰ ਤੇ ਉਹਦੇ ਨਾਲ ਖਜ਼ਾਨਾ ਬਹੁਤ ਛੇਤੀ ਭਰਿਆ ਜਾ ਸਕਦਾ ਹੈ ਔਰ ਪੰਜਾਬ ਦਾ ਸੰਕਟ ਜਿਹੜਾ ਹੈਗਾ ਹੱਲ ਹੋ ਸਕਦਾ ਹੈ। ਸਮੱਸਿਆ ਕੀ ਹੈ? ਸਮੱਸਿਆ ਇਸ ਵੇਲੇ ਇਹੀ ਹੈ ਕਿ ਹੁਣ ਕਿਉਂਕਿ ਲਗਭਗ 3 ਕੁ ਮਹੀਨੇ ਤੋਂ ਵੀ ਥੋੜਾ ਸਮਾਂ ਜਿਹੜਾ ਹੈਗਾ ਸਰਕਾਰ ਕੋਲੇ ਕੰਮਕਾਰ ਦਾ ਰਹਿੰਦਾ ਹੈ। ਸੋ ਜੇਕਰ ਇਹ 3 ਮਹੀਨਿਆਂ ਦੇ ਵਿੱਚ ਕੁਝ ਨਹੀਂ ਹੁੰਦਾ ਤਾਂ ਲਾਜ਼ਮੀ ਤੌਰ ਤੇ ਉਹੀ ਹਾਲ ਹੋਏਗਾ ਚੰਨੀ ਸਾਹਿਬ ਦਾ, ਜੋ ਕੈਪਟਨ ਸਾਹਿਬ ਦਾ ਲੋਕ ਕਿਸੇ ਵੇਲੇ ਸੋਚਦੇ ਸੀਗੇ। ਕਿਉਂਕਿ ਕੈਪਟਨ ਸਾਹਿਬ ਨੂੰ ਵੀ ਪਤਾ ਹੈਗਾ, ਆਪਾਂ ਨੂੰ ਕੈਪਟਨ ਸਾਹਿਬ ਬਾਰੇ ਤਾਂ ਸਾਰੇ ਜਾਣਦੇ ਆ ਕਿ ਕੋਈ ਉਹਨਾਂ ਦੇ ਕੰਮ ਕਰਦੇ ਨਜ਼ਰ ਨਹੀਂ ਸੀ ਆ ਰਹੇ। ਉਹਨਾਂ ਦੀ ਕਾਰਜਸ਼ੈਲੀ ਜਿਹੜੀ ਸੀ ਬਿਲਕੁਲ ਵੱਖਰੀ ਤਰ੍ਹਾਂ ਦੀ ਸੀ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਬੜੇ ਵੱਡੇ ਔਰ ਵਧੀਆ ਸਵਾਲ ਉਠਾਏ ਨੇ ਔਰ ਅੱਜ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸ਼ਾਮ ਨੂੰ 4 ਵਜੇ ਉਹਨਾਂ ਦੀ ਮੀਟਿੰਗ ਹਾਈ ਕਮਾਂਡ ਦੇ ਨਾਲ ਹੋ ਸਕਦੀ ਹੈ। ਸੋ ਉਸ ਮੀਟਿੰਗ ਦੇ ਵਿੱਚ ਕਾਫੀ ਗੱਲਾਂ ਜਿਹੜੀਆਂ ਨੇ ਸੰਭਾਵਨਾਵਾਂ ਨੇ ਔਰ ਇਹਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਉਹ ਆਪਣਾ ਅਸਤੀਫਾ ਵੀ ਜਿਹੜਾ ਹੈਗਾ ਵਾਪਸ ਲੈ ਸਕਦੇ ਨੇ। ਸੋ ਮੇਰਾ ਕਹਿਣ ਦਾ ਮਤਲਬ ਇਹੀ ਹੈ ਕਿ ਅਗਲੇ ਜਿਹੜੇ ਦਿਨ ਹੋਣਗੇ, ਅਗਲੇ ਜਿਹੜੇ ਲਗਭਗ 2-2.5 ਮਹੀਨੇ ਨੇ ਕਾਂਗਰਸ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦੇ, ਉਹ ਬਹੁਤ ਹੀ ਇੰਪੋਰਟੈਂਟ ਨੇ, ਬਹੁਤ ਮਹੱਤਵਪੂਰਨ ਨੇ। ਇਹਦੇ ਵਿੱਚ ਉਹ ਕਿਸ ਤਰ੍ਹਾਂ ਦਾ ਰੋਲ ਨਿਭਾ ਸਕਦੇ ਨੇ, ਕਿਸ ਤਰ੍ਹਾਂ ਜਥੇਬੰਦਕ ਢਾਂਚਾ ਜਿਹੜਾ ਹੈਗਾ ਉਸ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਸੋ ਇਹਦੇ ਉੱਤੇ ਕਾਫੀ ਜਿਹੜਾ ਹੈਗਾ ਗੌਰ ਰਹੇਗੀ ਔਰ ਵੱਖ-ਵੱਖ ਵਿਰੋਧੀ ਪਾਰਟੀਆਂ ਇਹਨਾਂ ਦੇ ਉੱਤੇ ਨਜ਼ਰ ਰੱਖਣਗੀਆਂ। ਸੋ ਉਮੀਦ ਕੀਤੀ ਜਾਣੀ ਬਣਦੀ ਹੈ ਕਿ ਜਿਹੜਾ ਹਾਈ ਕਮਾਂਡ ਹੈ ਕਾਂਗਰਸ ਦੀ, ਉਹਨਾਂ ਨੂੰ ਖੁੱਲੀ ਛੁੱਟੀ ਦੇਗੀ ਔਰ ਜਿਸ ਤਰ੍ਹਾਂ ਦਾ ਉਹ ਮਾਡਲ ਚਾਹੁੰਦੇ ਨੇ ਉਸ ਮਾਡਲ ਨੂੰ ਲਾਗੂ ਕਰਨ ਦੇ ਵਿੱਚ ਹਾਈ ਕਮਾਂਡ ਜਿਹੜਾ ਹੈਗਾ ਉਹ ਕਾਫੀ ਰੋਲ ਅਦਾ ਕਰੇਗਾ। ਸੋ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ 18 ਲੋਕਾਤੀ ਪ੍ਰੋਗਰਾਮ ਜਿਹਦੇ ਉੱਤੇ ਲਗਾਤਾਰ ਨਵਜੋਤ ਸਿੰਘ ਸਿੱਧੂ ਅੜਦੇ ਰਹੇ ਨੇ ਔਰ ਉਹਦੇ ਲਈ ਖੜਦੇ ਰਹੇ ਨੇ, ਉਹ 18 ਲੋਕਾਤੀ ਪ੍ਰੋਗਰਾਮ ਚੰਨੀ ਸਰਕਾਰ ਦੇ ਦੁਆਲੇ ਜਿਹੜਾ ਹੈਗਾ ਉਹਨਾਂ ਦੇ ਉੱਤੇ ਪ੍ਰੈਸ਼ਰ ਬਣਾ ਕੇ ਉਸ ਨੂੰ ਲਾਗੂ ਵੀ ਕਰਾਉਣਗੇ। ਔਰ ਆਪਾਂ ਨੂੰ ਉਮੀਦ ਹੈ ਕਿ ਨਵਜੋਤ ਸਿੰਘ ਸਿੱਧੂ ਵਾਹਿਦ ਆਪਾਂ ਹਾਈ ਕਮਾਂਡ ਨੂੰ ਵੀ ਇਸ਼ਾਰਾ ਕਰਦਾ ਆਪਣੀ ਉਸ ਵੀਡੀਓ ਦੇ ਰਾਹੀਂ, ਆਪਣੇ ਉਸ ਬਿਆਨਾਂ ਦੇ ਰਾਹੀਂ ਕਿ ਭਾਈ ਮੈਨੂੰ ਤੁਸੀਂ ਝੁਕਾ ਨਹੀਂ ਸਕਦੇ, ਮੇਰੇ ਤੋਂ ਤੁਸੀਂ ਵੀ ਧੱਕੇ ਨਾਲ ਜਿਹੜਾ ਮੇਰੇ ਤੋਂ ਸਮਝੌਤਾ ਨਹੀਂ ਕਰਾ ਸਕਦੇ। ਠੀਕ ਹੈ, ਤੁਸੀਂ ਮੈਨੂੰ ਮਾਣ ਸਤਿਕਾਰ ਦਿੱਤਾ, ਤੁਹਾਡਾ ਸ਼ੁਕਰਗੁਜ਼ਾਰ ਹਾਂ, ਪਰ ਸਮਝੌਤੇ ਕਰਕੇ ਅੱਗੇ ਨਹੀਂ ਵਧਿਆ ਜਾ ਸਕਦਾ। ਹਾਈ ਕਮਾਂਡ ਨੂੰ ਵੀ ਸਿੱਧੇ ਤੌਰ ਤੇ ਉਹਨੇ ਇਸ਼ਾਰਾ ਕਰਤਾ। ਬਿਲਕੁਲ, ਦੇਖੋ ਹਮੇਸ਼ਾ ਉਹ ਇਦਾਂ ਦੇ ਇਸ਼ਾਰੇ ਕਰਦੇ ਰਹੇ ਨੇ ਔਰ ਉਹਨਾਂ ਨੂੰ ਵੀ ਪਤਾ ਹੈ, ਹਾਈ ਕਮਾਂਡ ਨੂੰ ਵੀ ਇਸ ਬਾਰੇ ਪਤਾ ਹੈ ਕਿ ਨਵਜੋਤ ਸਿੰਘ ਸਿੱਧੂ ਦਾ ਜੋ ਕਾਰਜਸ਼ੈਲੀ ਹੈ ਜਾਂ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਹੈ ਉਹ ਬਿਲਕੁਲ ਵੱਖਰਾ ਤਰੀਕਾ ਹੈ, ਬਹੁਤ ਇਮਾਨਦਾਰੀ ਵਾਲਾ ਤਰੀਕਾ ਹੈ। ਔਰ ਲਖੀਮਪੁਰ ਵਾਲੀ ਜਿਹੜੀ ਤੁਸੀਂ ਦੇਖਿਆ ਹੋਵੇਗਾ ਕਿ ਲਖੀਮਪੁਰ ਦੇ ਵਿੱਚ ਜਾ ਕੇ ਜਿਸ ਕਿਸਮ ਦੇ ਨਾਲ ਉਹਨਾਂ ਨੇ ਉੱਥੇ ਅਨਸ਼ਨ ਕੀਤਾ ਔਰ ਲਗਾਤਾਰ ਜਿਹੜੇ ਹੈਗਾ ਭੁੱਖ ਹੜਤਾਲ ਕੀਤੀ, ਤਾਂ ਉਸ ਤੋਂ ਵੀ ਉਹਨਾਂ ਦਾ ਜਿਹੜਾ ਕੱਦ ਹੈ ਉਹ ਕਾਫੀ ਵਧਿਆ ਸੀਗਾ। ਸੋ ਕਹਿਣ ਦਾ ਮਤਲਬ ਹੈ ਕਿ ਨਵਜੋਤ ਸਿੰਘ ਸਿੱਧੂ ਹੋਰੀ ਜਿਹੜੇ ਨੇ ਉਹ ਬੇਸ਼ੱਕ ਚੈਲੰਜ ਕਰ ਰਹੇ ਨੇ ਔਰ ਸਾਰਿਆਂ ਨੂੰ ਚੈਲੰਜ ਕਰ ਰਹੇ ਨੇ, ਚੰਨੀ ਸਾਹਿਬ ਨੂੰ ਵੀ ਚੈਲੰਜ ਕਰ ਰਹੇ ਨੇ ਔਰ ਆਪਣੀ ਹਾਈ ਕਮਾਂਡ ਨੂੰ ਵੀ ਚੈਲੰਜ ਕਰ ਰਹੇ ਨੇ ਕਿ ਮੈਨੂੰ ਸਿਰਫ ਤੁਸੀਂ ਇੱਕ ਸ਼ੋਅ ਪੀਸ ਦੇ ਤੌਰ ਤੇ ਨਾ ਵਰਤੋ। ਮੇਰੇ ਤੋਂ ਜੋ ਮੈਂ ਚਾਹੁੰਦਾ ਹਾਂ, ਜੋ ਮੈਂ ਪੰਜਾਬ ਦਾ ਇੱਕ ਸੁਪਨਾ ਲਿਆ ਹੈ ਪੰਜਾਬ ਨੂੰ ਖੁਸ਼ਹਾਲ ਬਣਾਉਣ ਦਾ, ਉਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਮੇਰੇ ਨਾਲ ਹੱਥ ਵਟਾਵੋ। ਸੋ ਉਮੀਦ ਇਹੀ ਕੀਤੀ ਜਾਣੀ ਚਾਹੀਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਕਾਂਗਰਸ ਦੇ ਵਿੱਚ ਇੱਕ ਚੰਗਾ ਸਪੇਸ ਜਿਹੜਾ ਹੈਗਾ ਕੰਮ ਕਰਨ ਦਾ ਸਪੇਸ, ਕੱਲਾ ਅਹੁਦੇਦਾਰੀਆਂ ਵਾਲਾ ਨਹੀਂ ਮੈਂ ਕਹਿ ਰਿਹਾ, ਕਿ ਉਹਨਾਂ ਨੂੰ ਜੋ ਉਹ ਮਾਡਲ ਲਾਗੂ ਕਰਨਾ ਚਾਹੁੰਦੇ ਨੇ ਉਸ ਮਾਡਲ ਨੂੰ ਲਾਗੂ ਕਰਨ ਦੇ ਵਿੱਚ ਜੋ ਉਹਨਾਂ ਨੂੰ ਸਪੇਸ ਚਾਹੀਦਾ, ਜੋ ਉਹਨਾਂ ਨੂੰ ਉਹ ਮਾਹੌਲ ਚਾਹੀਦਾ ਹੈ, ਉਹ ਮਾਹੌਲ ਮੁਹੱਈਆ ਕਰਵਾਇਆ ਜਾਏਗਾ। ਸੁਖਿੰਦਰ ਜੀ, ਬਿਲਕੁਲ। ਅਗਲੀ ਗੱਲ ਦੀ ਆਪਾਂ ਗੱਲਬਾਤ ਕਰੀਏ। ਕੱਲ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ ਇੱਕ ਵੱਡਾ ਦਾਅ ਖੇਡਿਆ ਗਿਆ ਪੰਜਾਬ ਦੇ ਅੰਦਰ, BSF ਦਾ ਜਿਹੜਾ ਅਧਿਕਾਰ ਖੇਤਰ ਜਿਹੜਾ ਵਧਾ ਦਿੱਤਾ ਗਿਆ 15 ਕਿਲੋਮੀਟਰ ਤੋਂ ਵਧਾ ਕੇ ਪੰਜਾਬ ਦੇ ਅੰਦਰ ਨੂੰ, ਜਿਹੜੀ ਬਾਰਡਰ ਤੋਂ ਪਹਿਲਾਂ BSF ਦਾ ਅਧਿਕਾਰ ਖੇਤਰ ਜਿਹੜਾ ਸੀਗਾ 15 ਕਿਲੋਮੀਟਰ ਤੱਕ ਸੀ ਤੇ ਹੁਣ ਵਧਾ ਕੇ 50 ਕਿਲੋਮੀਟਰ ਤੱਕ ਜਿਹੜਾ ਉਹ ਕਰ ਦਿੱਤਾ ਗਿਆ। ਯਾਨੀ ਕਿ ਪੰਜਾਬ ਦਾ ਬਹੁਤ ਵੱਡਾ ਹਿੱਸਾ, ਬਹੁਤ ਸਾਰੇ ਸ਼ਹਿਰ ਪਿੰਡ ਜਿਹੜੇ ਆ ਉਹ BSF ਦੇ ਅੰਡਰ ਸਿੱਧੇ ਤੌਰ ਤੇ ਹੋ ਗਏ ਨੇ। ਤਾਂ ਉੱਥੇ BSF ਬਿਨਾਂ ਕਿਸੇ ਦੀ ਇਜਾਜ਼ਤ ਤੋਂ ਤਲਾਸ਼ੀ ਤੇ ਗ੍ਰਿਫਤਾਰੀਆਂ ਜਿਹੜੀ ਆ ਉਹ ਕਰ ਸਕਦੀ ਹੈ। ਤਾਂ ਖਦਸ਼ਾ ਪੰਜਾਬ ਦੇ ਲੋਕਾਂ ਦੇ ਅੰਦਰ ਇਸ ਨੂੰ ਲੈ ਕੇ ਸਿਆਸੀ ਬਵਾਰ ਵੀ ਜਿਹੜਾ ਉਹ ਮੱਚਿਆ ਹੋਇਆ। ਖਦਸ਼ਾ ਲੋਕਾਂ ਦੇ ਅੰਦਰ ਕਿ ਪੰਜਾਬ ਦੀ ਨੌਜਵਾਨੀ ਦਾ ਜਿਹੜਾ ਉਹ ਘਾਣ ਹੋ ਸਕਦਾ। ਪਿਛਲੇ ਦਿਨੀ ਆਪਾਂ ਦੇਖਿਆ ਕਿ ਯੂਆਪਾ ਵਰਗੇ ਕਾਨੂੰਨ ਲਗਾ ਕੇ ਬਹੁਤ ਸਾਰੇ ਨੌਜਵਾਨਾਂ ਦੇ ਉੱਪਰ ਤਸ਼ੱਦਦ ਵੀ ਕੀਤਾ ਗਿਆ। ਤਾਂ ਅਜਿਹੇ ਦੇ ਵਿੱਚ ਪੰਜਾਬ ਦੀ ਜਵਾਨੀ ਦਾ ਬੁਰੇ ਤਰੀਕੇ ਦੇ ਨਾਲ ਘਾਣ ਕੀਤਾ ਜਾ ਸਕਦਾ ਹੈ। ਤਾਂ ਸਿਆਸੀ ਬਵਾਲ ਜਿਹੜਾ ਮੱਚਿਆ ਹੋਇਆ। ਤਾਂ ਹੁਣ ਚਰਨਜੀਤ ਸਿੰਘ ਚੰਨੀ ਦੇ ਉੱਪਰ ਨਿਸ਼ਾਨੇ ਸਾਧੇ ਜਾਣ ਲੱਗੇ ਸੀਗੇ ਕਿ ਇੱਕ ਕਮਜ਼ੋਰ ਮੁੱਖ ਮੰਤਰੀ ਦੇ ਤੌਰ ਤੇ ਚਰਨਜੀਤ ਚੰਨੀ ਪੇਸ਼ ਹੋ ਰਹੇ ਨੇ।
ਤੇ ਉਹਨਾਂ ਨੇ ਜਾ ਕੇ ਜਿਹੜੀ ਅੱਗੇ ਜਾ ਕੇ ਉਹਨਾਂ ਨਾਲ ਮੁਲਾਕਾਤ ਕਰਕੇ ਹੋਮ ਮਿਨਿਸਟਰ ਦੇ ਨਾਲ ਸਾਰੀ ਸਿਆਸੀ ਹਾਲਾਤ ਦੱਸੇ ਸੀ, ਤਾਂ ਉਹਨਾਂ ਨੂੰ ਆਧਾਰ ਬਣਾ ਕੇ ਜਿਹੜਾ BSF ਨੂੰ ਅਧਿਕਾਰ ਖੇਤਰ ਵਧਾ ਦਿੱਤਾ ਗਿਆ ਕੇਂਦਰ ਸਰਕਾਰ ਦੇ ਵੱਲੋਂ। ਤਾਂ ਹੁਣ ਚਰਨਜੀਤ ਸਿੰਘ ਚੰਨੀ ਨੇ ਇਸ ਤੇ ਸਫਾਈ ਦਿੱਤੀ ਹੈ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਸੀਂ ਵੀ ਇਹੋ ਜਿਹੀ ਉੱਥੇ ਕੋਈ ਗੱਲ ਜਾ ਕੇ ਨਹੀਂ ਕੀਤੀ, ਨਾ ਹੀ ਕੋਈ ਮੰਗ ਕੀਤੀ ਹੈ, ਤੇ ਅਸੀਂ ਨਿੰਦਾ ਕਰਦੇ ਹਾਂ ਤੇ ਅਸੀਂ ਉਹਨਾਂ ਤੋਂ ਮੰਗ ਕਰਦੇ ਹਾਂ ਕਿ ਇਹਨੂੰ ਸਾਰੇ ਫੈਸਲੇ ਨੂੰ ਵਾਪਸ ਲਿਆ ਜਾਵੇ। ਤੇ ਉਹਨਾਂ ਨੇ ਨਾਲ ਹੀ ਨਾਲ RSS ਤੇ ਸੰਘੀ ਢਾਂਚੇ ਦਾ ਜਿਹੜਾ ਉਹ ਹਮਲਾ ਕਰਾਰ ਦਿੱਤਾ ਇਸ ਨੂੰ ਪੰਜਾਬ ਦੇ ਉੱਪਰ। ਕਿਵੇਂ ਦੇਖਦੇ ਇਸ ਪੂਰੇ ਮਾਮਲੇ ਨੂੰ? ਸਿਆਸੀ ਬਵਾਲ ਜਿਹੜਾ ਇਸ ਫੈਸਲੇ ਦੇ ਉੱਪਰ ਬਣਿਆ ਹੋਇਆ। ਫਿਰ ਬਾਅਦ ਕੈਪਟਨ ਬਾਰੇ ਗੱਲ ਕਰਦੇ। ਜੀ ਸੁਖਵਿੰਦਰ ਜੀ, ਕੈਪਟਨ ਸਾਹਿਬ ਬਾਰੇ ਪਹਿਲਾਂ ਹੀ ਆਪਾਂ ਨੂੰ ਗੱਲ ਕਰਨੀ ਪਏਗੀ ਕਿਉਂਕਿ ਇਹਦੇ ਨਾਲ ਜਿਹੜੀਆਂ ਤਾਰਾਂ ਜੁੜਦੀਆਂ ਨੇ। ਪਹਿਲਾਂ ਦੱਸ ਦਿੰਦੇ ਹਾਂ ਕਿ ਜਿੱਥੇ ਜਿਹੜਾ ਸੁਖਜਿੰਦਰ ਰੰਧਾਵਾ ਅਤੇ ਜਿਹੜੇ ਦਰਸ਼ਕਾਂ ਨੂੰ ਦੱਸ ਦਈਏ ਦੁਬਾਰਾ ਤੋਂ ਕਿ ਸੁਖਜਿੰਦਰ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਜਿਹੜੇ ਮੁੱਖ ਮੰਤਰੀ ਪੰਜਾਬ ਨੇ, ਉਹ ਕੇਂਦਰ ਸਰਕਾਰ ਦੇ ਇਸ BSF ਦੇ ਅਧਿਕਾਰ ਖੇਤਰ ਵਧਾਉਣ ਵਾਲੇ ਮਾਮਲੇ ਦੇ ਵਿੱਚ ਇੱਥੇ ਵਿਰੋਧ ਕਰ ਰਹੇ ਨੇ ਕੇਂਦਰ ਸਰਕਾਰ ਦਾ ਕਿ ਇਦਾਂ ਨਹੀਂ ਹੋਣਾ ਚਾਹੀਦਾ ਸੀ, ਨਿੰਦਣਯੋਗ ਫੈਸਲਾ ਨੂੰ ਵਾਪਸ ਲੈਣਾ ਚਾਹੀਦਾ ਹੈ। ਜਿੱਥੇ RSS ਦੇ ਸੰਘੀ ਢਾਂਚੇ ਦਾ ਇਸ ਨੂੰ ਪੰਜਾਬ ਉੱਪਰ ਹਮਲਾ ਕਰਾਰ ਦਿੰਦੇ ਨੇ, ਤਾਂ ਪੰਜਾਬ ਦੇ ਵਿੱਚ ਸਿਆਸੀ ਬਵਾਲ ਵੀ ਇਸ ਨੂੰ ਲੈ ਕੇ ਮੱਚਿਆ ਹੋਇਆ। ਪੰਜਾਬ ਦੇ ਲੋਕਾਂ ਦੇ ਅੰਦਰ ਵੀ ਕਾਫੀ ਤਰੀਕੇ ਦੇ ਖਦਸ਼ੇ ਆ ਕਿ ਪੰਜਾਬ ਦੀ ਜਵਾਨੀ ਦਾ ਘਾਣ ਕੀਤਾ ਜਾਵੇਗਾ। ਇਸ ਤਰੀਕੇ ਦੇ ਨਾਲ ਯੂਪਾ ਵਰਗੇ ਕਾਨੂੰਨ ਪਹਿਲਾਂ ਵੀ ਲਵਾ ਕੇ ਜਿਹੜੇ ਆ ਪੰਜਾਬ ਦੀ ਨੌਜਵਾਨੀ ਦਾ ਘਾਣ ਕੀਤਾ ਜਾ ਰਿਹਾ। ਤਾਂ ਜਿੱਥੇ ਲੋਕਾਂ ਦੇ ਵਿੱਚ ਰੋਹ ਹੈ, ਜਿੱਥੇ ਲੋਕਾਂ ਦੇ ਵਿੱਚ ਖੌਫ ਹੈ ਇਸ ਚੀਜ਼ ਦਾ, ਤਾਂ ਉੱਥੇ ਸਿਆਸੀ ਬਵਾਲ ਹੈ। ਵੱਖ-ਵੱਖ ਪਾਰਟੀਆਂ ਇਸ ਦਾ ਵਿਰੋਧ ਕਰ ਰਹੀਆਂ ਨੇ ਪੰਜਾਬ ਦੀਆਂ। ਤਾਂ ਪਰ ਕੈਪਟਨ ਅਮਰਿੰਦਰ ਸਿੰਘ ਇੱਕ ਤਰੀਕੇ ਨਾਲ ਕਾਂਗਰਸ ਧਾਰਾ ਇੱਕ ਤਰੀਕੇ ਨਾਲ ਆਪਾਂ ਕਹਿ ਦਈਏ ਕਿ ਛੱਡ ਦਿੱਤੀ ਗਈ ਹੈ, ਕਿਉਂਕਿ ਸੁਖਜਿੰਦਰ ਰੰਧਾਵਾ ਤੇ ਕਾਂਗਰਸ ਦੇ ਮੁੱਖ ਮੰਤਰੀ ਕੁਝ ਹੋਰ ਗੱਲ ਕਹਿ ਰਹੇ ਨੇ ਤੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੀ ਧਾਰਾ ਛੱਡ ਕੇ BJP ਧਾਰਾ ਬਣਾ ਕੇ ਨਹੀਂ, ਯਾਨੀ ਕਿ ਇੱਕ ਤਰੀਕੇ ਨਾਲ ਸ਼ਾਮ ਨੂੰ ਹੋਣ ਦੀ ਗੱਲ ਕਰ ਰਹੇ ਨੇ। ਤਾਂ ਉਹਨਾਂ ਦੇ ਪੱਖ ਪੂਰਦੇ ਹੋਏ ਨਜ਼ਰ ਆ ਰਹੇ ਨੇ ਕੈਪਟਨ ਅਮਰਿੰਦਰ ਸਿੰਘ। ਕੀ ਕਹਿੰਦੇ ਨੇ ਕੈਪਟਨ? ਸੁਖਵਿੰਦਰ ਜੀ, ਕੈਪਟਨ ਸਾਹਿਬ ਕੱਲੇ ਇਹ ਨਹੀਂ ਕਿ ਹੁਣੀ ਉਹ ਇਸ ਮੁੱਦੇ ਦੇ ਉੱਤੇ ਬੋਲੇ ਨੇ, ਲਗਾਤਾਰ ਆਪਾਂ ਪਿਛਲੇ ਉਹਨਾਂ ਦੇ ਬਿਆਨ ਦੇਖਦੇ ਹਾਂ ਤਾਂ ਉਹ ਇਹੀ ਕਹਿੰਦੇ ਨਜ਼ਰ ਆਏ ਨੇ। ਜਦੋਂ ਵੀ ਉਹਨਾਂ ਨੂੰ ਕੋਈ ਨਾ ਕੋਈ ਉਹਨਾਂ ਦੀ ਕੁਰਸੀ ਨੂੰ ਖਤਰਾ ਹੁੰਦਾ ਸੀਗਾ, ਜਦੋਂ ਉਹ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀਗੇ, ਤਾਂ ਉਹਨਾਂ ਨੇ ਹਮੇਸ਼ਾ ਇੱਕੋ ਹੀ ਰਾਗ ਲਾਪਣਾ ਹੁੰਦਾ ਸੀਗਾ ਕਿ ਭਾਈ ਪੰਜਾਬ ਨੂੰ ਬੜਾ ਵੱਡਾ ਖਤਰਾ ਹੈ। ਜਿਵੇਂ ਕਿਸੇ ਵੇਲੇ ਅਕਾਲੀ ਦਲ ਇਹ ਕਹਿੰਦਾ ਰਿਹਾ ਸੀ ਕਿ ਪੰਥ ਜਿਹੜਾ ਹੈਗਾ ਬੜਾ ਖਤਰੇ ਦੇ ਵਿੱਚ ਹੈ ਔਰ ਉਹਦੇ ਨਾਂ ਦੇ ਉੱਤੇ ਹੀ ਵੋਟਾਂ ਲੈ ਜਾਂਦੇ ਸੀਗੇ। ਇਸੇ ਕਰਕੇ ਕੈਪਟਨ ਸਾਹਿਬ ਨੂੰ ਲੱਗਦਾ ਸੀਗਾ ਕਿ ਪੰਜਾਬ ਨੂੰ ਖਤਰੇ ਦਾ ਜਿਹੜਾ ਹੈਗਾ ਉਹ ਕਿਹਾ ਜਾਵੇ ਕਿ ਪੰਜਾਬ ਦੇ ਉੱਤੇ ਬਹੁਤ ਵੱਡਾ ਖਤਰਾ ਹੈ, ਇੱਥੇ ਤਾਂ ਡਰੋਨ ਆ ਰਹੇ ਨੇ, ਇੱਥੇ ਤਾਂ ਜੀ ਬਹੁਤ ਕੁਝ ਜਿਹੜਾ ਹੈਗਾ ਅੱਤਵਾਦੀ ਹਮਲੇ ਹੋ ਸਕਦੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਕਿਸਮ ਦੇ ਨਾਲ ਡਰਾ ਕੇ ਧਮਕਾ ਕੇ ਜਿਹੜਾ ਹੈਗਾ ਸੀਗਾ ਉਹਨਾਂ ਨੇ ਆਪਣੀ ਸੱਤਾ ਨੂੰ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਤੱਕ ਕੈਪਟਨ ਸਾਹਿਬ ਨੇ। ਸੋ ਇਹੀ ਗੱਲ ਜਿਹੜੀ ਹੈਗੀ ਹੁਣ ਕਰਦੇ ਨਜ਼ਰ ਆਏ ਨੇ। ਔਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਉਹ ਸੱਤਾ ਦੇ ਵਿੱਚ ਵੀ ਸੀਗੇ, ਕੁਰਸੀ ਉੱਤੇ ਸੀਗੇ, ਮੁੱਖ ਮੰਤਰੀ ਦੀ ਕੁਰਸੀ ਜਦੋਂ ਉਹਨਾਂ ਨੂੰ ਮਿਲੀ ਹੋਈ ਸੀ, ਉਦੋਂ ਵੀ ਉਹ ਅਮਿਤ ਸ਼ਾਹ ਨੂੰ ਜਾਂ ਮੋਦੀ ਸਾਹਿਬ ਨੂੰ ਇਹ ਕਹਿ ਕੇ ਆਉਂਦੇ ਸੀਗੇ ਕਿ ਭਾਈ ਪੰਜਾਬ ਦੇ ਵਿੱਚ ਤਾਂ ਖਤਰਾ ਹੀ ਬਹੁਤ ਵੱਡਾ ਹੈ, ਇੱਥੇ ਤਾਂ ਕਿਸੇ ਵੇਲੇ ਜਿਹੜਾ ਹੈਗਾ ਡਰੋਨ ਦੇ ਹਮਲੇ ਹੋ ਸਕਦੇ ਨੇ, ਡਰੋਨ ਮਿਲ ਰਹੇ ਨੇ। ਸੋ ਕਹਿਣ ਦਾ ਮਤਲਬ ਹੈ ਕਿ ਕੈਪਟਨ ਸਾਹਿਬ ਜਿਹੜੇ ਇਸ ਤਰ੍ਹਾਂ ਦੀ ਬੋਲੀ ਬੋਲ ਰਹੇ ਨੇ, ਉਹ ਉੱਥੋਂ ਇਹੀ ਲੱਗ ਰਿਹਾ ਹੈ ਕਿ ਉਹ ਬਿਲਕੁਲ ਜੋ BJP ਚਾਹੁੰਦੀ ਹੈ। BJP ਕੀ ਚਾਹੁੰਦੀ ਹੈ? BJP ਇਸ ਵੇਲੇ ਸੰਘੀ ਢਾਂਚੇ ਨੂੰ, ਜੋ ਸਾਡਾ ਇੱਕ ਸੰਵਿਧਾਨਕ ਜਿਹੜਾ ਹੈਗਾ ਸਿਸਟਮ ਹੈ, ਜੋ ਇਸ ਵੇਲੇ ਅਸੀਂ ਕਹਿੰਦੇ ਹਾਂ ਕਿ ਵੱਖ-ਵੱਖ ਸੰਘ ਨੇ, ਉਹਨਾਂ ਦੀ ਮਜ਼ਬੂਤੀ ਦੇ ਲਈ ਕੰਮ ਕਰਨਾ ਚਾਹੀਦਾ ਹੈ, ਸਟੇਟਾਂ ਦੀ ਮਜ਼ਬੂਤੀ ਦੇ ਲਈ ਕੰਮ ਕਰਨਾ ਚਾਹੀਦਾ ਹੈ, ਸਟੇਟਾਂ ਨੂੰ ਇੰਡੀਪੈਂਡੈਂਸ ਹੋਣੀ ਚਾਹੀਦੀ ਹੈ, ਸਟੇਟਾਂ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਔਰ ਉਸ ਆਜ਼ਾਦੀ ਨੂੰ ਕੁਚਲਣ ਦੇ ਲਈ, ਉਸ ਆਜ਼ਾਦੀ ਨੂੰ ਖਤਮ ਕਰਨ ਦਾ ਜਿਹੜਾ ਹੈਗਾ ਰੋਲ ਅਦਾ ਕਰ ਰਹੇ ਨੇ ਕੈਪਟਨ ਸਾਹਿਬ। ਪਹਿਲਾਂ ਵੀ ਕਰਦੇ ਰਹੇ ਨੇ, ਹੁਣ ਵੀ ਕਰਦੇ ਰਹੇ ਨੇ। ਔਰ ਹੁਣ ਸ਼ਰੇਆਮ ਉਹਨਾਂ ਨੂੰ ਲੱਗਦਾ ਹੈ ਕਿ ਐਂਟੀ ਕਾਂਗਰਸ ਭਾਸ਼ਾ ਬੋਲੋ ਤਾਂ ਕਿ ਕਾਂਗਰਸ ਵਾਲੇ ਉਹਨਾਂ ਨੂੰ ਕੱਢਣ ਔਰ ਉਹ ਇੱਕ ਹੀਰੋ ਦੇ ਤੌਰ ਤੇ ਜਾਣੇ ਜਾਣ ਔਰ BJP ਦੇ ਵਿੱਚ ਜਾ ਕੇ ਕੋਈ ਵੱਡਾ ਅਹੁਦਾ ਜਿਹੜਾ ਹੈਗਾ ਉਹਨਾਂ ਨੂੰ ਮਿਲ ਸਕੇ। ਇਸ ਤਰ੍ਹਾਂ ਦੀ ਪਾਲਿਸੀ ਮੈਨੂੰ ਲੱਗਦਾ ਹੈ ਕਿ ਅਪਣਾਉਂਦੇ ਨਜ਼ਰ ਆ ਰਹੇ ਨੇ ਕੈਪਟਨ ਸਾਹਿਬ। ਕੈਪਟਨ ਸਾਹਿਬ ਦੇ ਇੱਕੋ ਹੀ ਨਿਸ਼ਾਨਾ ਹੈ ਕਿ ਮੈਂ ਜਿਵੇਂ ਉਹਨਾਂ ਨੂੰ ਲੱਗਦਾ ਹੈ ਕਿ ਮੈਨੂੰ ਇੱਥੋਂ ਬੇਇੱਜ਼ਤ ਹੋ ਕੇ ਕੱਢਿਆ ਗਿਆ ਹੈ, ਮੈਂ ਉਹਦਾ ਬਦਲਾ ਲੈਣਾ ਹੈ। ਬਦਲਾ ਕਿਤੋਂ ਲੈਣਾ ਹੈ? ਕਾਂਗਰਸ ਦੀ ਹਾਈ ਕਮਾਂਡ ਤੋਂ ਲੈਣਾ ਹੈ ਜਾਂ ਨਵਜੋਤ ਸਿੰਘ ਸਿੱਧੂ ਤੋਂ ਲੈਣਾ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇਸ ਵੇਲੇ ਉਹ ਕਾਂਗਰਸ ਨੂੰ ਬਿਲਕੁਲ ਖੋਖਲਾ ਕਰਦੇ ਨਜ਼ਰ ਆ ਰਹੇ ਨੇ। ਔਰ ਇਸ ਤਰ੍ਹਾਂ ਦੀਆਂ ਜੇਕਰ ਕਾਂਗਰਸ ਇਸ ਗੱਲ ਨੂੰ ਨਹੀਂ ਸਮਝੇਗੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਵੱਡੇ ਨੁਕਸਾਨ ਕਾਂਗਰਸ ਦੇ ਹੋ ਸਕਦੇ ਆ। ਸੋ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਕੈਪਟਨ ਸਾਹਿਬ ਬਾਰੇ ਕੋਈ ਵੱਡਾ ਫੈਸਲਾ ਉਹਨਾਂ ਨੂੰ ਲੈਣਾ ਚਾਹੀਦਾ ਹੈ। ਔਰ ਜਾਂ ਤਾਂ ਉਹਨਾਂ ਨੂੰ ਇਹ ਕਹਿ ਦਿਓ ਕਿ ਭਾਈ ਤੁਸੀਂ ਹੁਣ BJP ਦੇ ਵਿੱਚ ਜਾਓ, ਕਿਉਂਕਿ ਤੁਸੀਂ ਭਾਸ਼ਾ ਹੀ BJP ਦੀ ਬੋਲ ਰਹੇ ਹੋ। ਸੋ ਉਹਨਾਂ ਨੂੰ ਕੋਈ ਫੈਸਲਾ, ਕਹਿਣ ਦਾ ਮਤਲਬ ਹੈ ਕਿ ਹਾਈ ਕਮਾਂਡ ਨੂੰ ਕੋਈ ਵੱਡਾ ਫੈਸਲਾ ਕੈਪਟਨ ਸਾਹਿਬ ਦੇ ਬਾਰੇ ਲੈਣਾ ਚਾਹੀਦਾ ਹੈ। ਸੋ ਉਮੀਦ ਕੀਤੀ ਜਾਣੀ ਬਣਦੀ ਹੈ ਕਿਉਂਕਿ ਕੈਪਟਨ ਸਾਹਿਬ
ਲਗਾਤਾਰ ਇਹ ਕਹਿੰਦੇ ਆ ਰਹੇ ਨੇ ਕਿ ਪੰਜਾਬ ਦੇ ਉੱਤੇ ਬਹੁਤ ਵੱਡਾ ਅੱਤਵਾਦੀ ਹਮਲੇ ਦਾ ਖਤਰਾ ਹੈ। ਸੋ ਇਸ ਕਰਕੇ ਬੀਜੇਪੀ ਭਾਸ਼ਾ ਜਿਹੜੀ ਹੈਗੀ, ਬੀਜੇਪੀ ਦੀ ਭਾਸ਼ਾ ਜਿਹੜੀ ਹੈਗੀ ਬੋਲਦੇ ਨਜ਼ਰ ਆਏ ਨੇ। ਹੁਣ ਬੀਜੇਪੀ ਇਹੀ ਚਾਹੁੰਦੀ ਹੈ, ਬੀਜੇਪੀ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਦੋਹਰੀ ਰਾਜਨੀਤੀ, ਜਿੰਨਾ ਟਾਈਮ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਰਹੇ ਉਹਨਾਂ ਟਾਈਮ ਤਾਂ ਕੋਈ ਖਤਰਾ ਨਹੀਂ ਕੈਪਟਨ ਅਮਰਿੰਦਰ ਸਿੰਘ ਨੂੰ ਦੇਖਿਆ। ਉਹਨਾਂ ਟਾਈਮ ਕੈਪਟਨ ਅਮਰਿੰਦਰ ਸਿੰਘ ਨੇ ਇਸ ਤਰੀਕੇ ਦੇ ਨਾਲ ਅੰਦਰਲੇ ਪਾਸੇ ਨੂੰ ਜਿਹੜਾ ਅਧਿਕਾਰ ਖੇਤਰ ਵਧਾਉਣ ਦੀ ਗੱਲ ਨਹੀਂ ਕੀਤੀ। ਤਾਂ ਜਦੋਂ ਵੀ ਮੁੱਖ ਮੰਤਰੀ ਦੀ ਕੁਰਸੀ ਤੋਂ ਲੈ ਗਏ ਤਾਂ ਫਿਰ ਖਤਰਾ ਵੀ ਵੱਧ ਗਿਆ ਤੇ ਪੰਜਾਬ ਦਾ ਜਿਹੜਾ ਜ਼ਿਆਦਾ ਖੇਤਰਫਲ ਵਧਾ ਦਿੱਤਾ ਗਿਆ ਬੀਜੇਪੀ ਦੇ ਸਿੱਧੇ ਤੌਰ ਤੇ ਆਪਾਂ ਕਹਿ ਦਈਏ BSF ਦੇ ਅਧਿਕਾਰ ਖੇਤਰ ਦੇ ਵਿੱਚ। ਤਾਂ ਫਿਰ ਹੁਣ ਜ਼ਿਆਦਾ ਖਤਰਾ ਮੰਡਰਾਉਣਾ ਸ਼ੁਰੂ ਹੋ ਗਿਆ। ਬਿਲਕੁਲ, ਦੇਖੋ ਬੀਜੇਪੀ ਦੀ ਭਾਸ਼ਾ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਭਾਸ਼ਾ ਬੋਲ ਰਹੇ ਨੇ ਕੈਪਟਨ ਸਾਹਿਬ, ਤਾਂ ਬੀਜੇਪੀ ਇਹਨੂੰ ਕੀ ਖਤਰਾ ਹੈ? ਬੀਜੇਪੀ ਨੂੰ ਖਤਰਾ ਕਿਸਾਨੀ ਸੰਘਰਸ਼ ਤੋਂ ਹੈ, ਕਿਉਂਕਿ ਬੀਜੇਪੀ ਨੂੰ ਇਹ ਲੱਗਦਾ ਹੈ ਕਿ ਪੰਜਾਬ ਜਿਹੜਾ ਹੈਗਾ ਉਹ ਕਿਸਾਨੀ ਸੰਘਰਸ਼ ਦੇ ਵਿੱਚ ਇੱਕ ਬਹੁਤ ਵੱਡਾ ਰੋਲ ਅਦਾ ਕਰ ਰਿਹਾ, ਮੋਹਰੀ ਰੋਲ ਅਦਾ ਕਰ ਰਿਹਾ ਹੈ। ਸੋ ਇਸ ਕਰਕੇ ਕੀ ਹੋ ਰਿਹਾ ਕਿ ਬੀਜੇਪੀ ਹਮੇਸ਼ਾ ਹੀ ਚਾਹੁੰਦੀ ਹੈ ਕਿ ਪੰਜਾਬ ਨੂੰ ਕਿਵੇਂ ਨਾ ਕਿਵੇਂ ਜਾਂ ਤਾਂ ਰਾਸ਼ਟਰਪਤੀ ਰਾਜ ਦੇ ਨਾਂ ਦੇ ਉੱਤੇ, ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਜਿਵੇਂ ਉਹਨਾਂ ਨੇ ਨਵਾਂ ਇਹ ਰੂਲ ਜਿਹੜਾ ਹੈਗਾ ਲਾਗੂ ਕੀਤਾ ਹੈ ਕਿ ਬੀਜੇਪੀ ਜਿਹੜੀ ਚਾਹੁੰਦੀ ਹੈ ਕਿ ਜਿਹੜੀ ਹੈਗੀ ਹੈ BSF ਦੀ ਜਿਹੜੀ ਕਾਰਜਸ਼ੈਲੀ ਹੈ ਉਹਦੇ ਵਿੱਚ ਤਬਦੀਲੀ ਲਿਆ ਕੇ ਉਹਨੂੰ 50 ਕਿਲੋਮੀਟਰ ਜਿਹੜਾ ਹੈਗਾ ਇਧਰ ਤੱਕ, ਯਾਨੀ ਕਿ ਅੰਮ੍ਰਿਤਸਰ ਤੱਕ ਜਿਹੜਾ ਹੈ ਇਲਾਕਾ ਹੈ ਉਹਦੇ ਤੱਕ ਉਹਨਾਂ ਨੂੰ ਕਹਿ ਦਿੱਤਾ ਜਾਵੇ ਕਿ ਤੁਹਾਡਾ ਇੱਥੇ ਰਾਜ ਹੋਏਗਾ। ਸੋ ਕਹਿਣ ਦਾ ਮਤਲਬ ਹੈ ਕਿ ਸੰਘੀ ਢਾਂਚੇ ਨੂੰ ਖਤਮ ਕਰਕੇ ਔਰ ਕਿਸਾਨਾਂ ਦੇ ਸੰਘਰਸ਼ ਨੂੰ ਖਤਮ ਕਰਨ ਦੇ ਲਈ ਜਿਹੜਾ ਹੈਗਾ ਇਸ ਤਰ੍ਹਾਂ ਦੀਆਂ ਕਾਰਵਾਈਆਂ ਬੀਜੇਪੀ ਕਰ ਸਕਦੀ ਹੈ। ਸੋ ਉਹ ਕਰ ਰਹੀ ਹੈ ਔਰ ਇਸ ਵੇਲੇ ਕੈਪਟਨ ਸਾਹਿਬ ਬੀਜੇਪੀ ਦੀ ਪੈਰ ਦੇ ਵਿੱਚ ਪੈਰ ਰੱਖਦੇ ਨਜ਼ਰ ਆ ਰਹੇ ਨੇ, ਜਿਹੜਾ ਕਿ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿਰੋਧ ਦੇ ਵਿੱਚ ਹੈ ਇਦਾਂ ਦਾ ਬਿਆਨ ਔਰ ਪੰਜਾਬ ਦੀ ਖੁਸ਼ਹਾਲੀ ਦੇ ਵਿਰੋਧ ਦੇ ਵਿੱਚ ਹੈ। ਨੋਟਿਸ ਦੇ ਵਿੱਚ ਹਾਈ ਕਮਾਨ ਲਊਗੀ ਕਿ ਕਾਂਗਰਸ ਦੀ ਧਾਰਾ ਕੁਝ ਹੋਰ ਕਹਿੰਦੀ ਹੈ ਤਾਂ ਬੀਜੇਪੀ ਦੀ ਧਾਰਾ ਦੇ ਵਿੱਚ ਹਾਂ ਬਣਾਉਂਦੇ ਕੈਪਟਨ ਅਮਰਿੰਦਰ ਸਿੰਘ ਨਜ਼ਰ ਆ ਰਹੇ ਆ। ਤਾਂ ਲੱਗਦਾ ਕਿ ਕੋਈ ਕਾਰਵਾਈ ਕਰੇਗੀ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ। ਵੈਸੇ ਤਾਂ ਕਾਰਵਾਈ ਕਰਨ ਦੀਆਂ ਕੋਈ ਗੱਲਾਂ ਬਾਤਾਂ ਹੁਣ ਰਹਿ ਨਹੀਂ ਗਈਆਂ, ਤਰੀਕੇ ਦੇ ਨਾਲ ਕੱਢਣ ਦੀ ਉਹ ਤਿਆਰੀ ਹੈ, ਤਾਂ ਸਿਰਫ ਕੱਢਿਆ ਨਹੀਂ ਜਾ ਰਿਹਾ, ਉਹਨੂੰ ਐਂ ਕੈਪਟਨ ਖੁਦ ਛੱਡ ਕੇ ਚੱਲ ਜਾਣ। ਤਾਂ ਲੱਗਦਾ ਕੋਈ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਤਰੀਕੇ ਦੀ ਕੋਈ ਢਾਹਪਨ ਕਰਕੇ ਉਹਨਾਂ ਨੂੰ ਕਿਹਾ ਜਾ ਸਕਦਾ ਕਿ ਭਾਈ ਤਾਂ ਤੁਸੀਂ ਬਿਆਨ ਨਾ ਦਿਓ, ਜਾਂ ਰੋਕਣ ਦੀ ਕੋਸ਼ਿਸ਼ ਜਾਂ ਕੋਈ ਹੋਰ ਗੱਲਾਂ ਬਾਤਾਂ ਦੇ ਰਾਹੀਂ ਕੈਪਟਨ ਅਮਰਿੰਦਰ ਸਿੰਘ ਨੂੰ ਝਟਕਾ ਦੇਣ ਦੀ ਕੋਸ਼ਿਸ਼ ਹੋ ਸਕਦੀ ਹੈ। ਦੇਖੋ ਇਸ ਤੋਂ ਪਹਿਲਾਂ ਵੀ ਹਾਈ ਕਮਾਂਡ ਜਿਹੜੀ ਹੈਗੀ ਹੈ ਵੱਖ-ਵੱਖ ਬਿਆਨਾਂ ਦੇ ਰਾਹੀਂ ਕਾਫੀ ਗੱਲਾਂ ਸਪਸ਼ਟ ਕਰ ਚੁੱਕੀ ਹੈ ਕੈਪਟਨ ਸਾਹਿਬ ਨੂੰ, ਔਰ ਇਹ ਵੀ ਕਹਿ ਚੁੱਕੀ ਹੈ ਕਿ ਜਿਸ ਕਿਸਮ ਦੀ ਭਾਸ਼ਾ ਉਹ ਬੋਲ ਰਹੇ ਨੇ ਉਹਨਾਂ ਨੂੰ ਉਸ ਕਿਸਮ ਦੀ ਭਾਸ਼ਾ ਨਹੀਂ ਬੋਲਣੀ ਚਾਹੀਦੀ। ਸੋ ਇਹ ਜਿਹੜਾ ਲੇਟੈਸਟ ਬਿਆਨ ਹੈ ਮੈਨੂੰ ਲੱਗਦਾ ਹੈ ਕਿ ਹਾਈ ਕਮਾਂਡ ਜ਼ਰੂਰ ਇਹਦੇ ਉੱਤੇ ਕੋਈ ਵੱਡਾ ਫੈਸਲਾ ਲਏਗੀ, ਔਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੂੰ ਬਾਹਰ ਦਾ ਰਸਤਾ ਕਾਂਗਰਸ ਦੇ ਵਿੱਚੋਂ ਦਿਖਾ ਦਿੱਤਾ ਜਾਵੇ। ਔਰ ਉਹਦੇ ਨਾਲ ਕੀ ਹੋਏਗਾ ਕਿ ਉਹਦੇ ਨਾਲ ਸਪਸ਼ਟ ਹੈ ਕਿ ਕੈਪਟਨ ਸਾਹਿਬ ਬੀਜੇਪੀ ਦੇ ਵਿੱਚ ਜਾਣਗੇ ਔਰ ਬੀਜੇਪੀ ਦੇ ਵਿੱਚ ਜਾ ਕੇ ਕੋਈ ਵੱਡਾ ਅਹੁਦਾ ਲੈਣ ਦੀਆਂ ਸੰਭਾਵਨਾਵਾਂ ਉੱਥੇ ਨਜ਼ਰ ਆ ਰਹੀਆਂ ਨੇ। ਸੋ ਜਿੰਨੀ ਦੇਰ ਇਹ ਨਹੀਂ ਫੈਸਲਾ ਹੁੰਦਾ ਉਨੀ ਦੇਰ ਕੈਪਟਨ ਸਾਹਿਬ ਪੰਜਾਬ ਦੀ ਕਾਂਗਰਸ ਨੂੰ ਖਤਮ ਕਰਨ ਦੇ ਲਈ, ਪੰਜਾਬ ਦੀ ਕਾਂਗਰਸ ਦੇ ਜਿਹੜੇ ਆਪਾਂ ਕਹਿ ਸਕਦੇ ਹਾਂ ਉਹਨਾਂ ਦੀ ਪਾਰਟੀ ਲਾਈਨ ਹੈ ਉਹਨਾਂ ਦੇ ਵਿਰੋਧ ਦੇ ਵਿੱਚ ਜ਼ਰੂਰ ਖੜੇ ਨਜ਼ਰ ਆਉਣਗੇ। ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਦਾ ਵੀ ਇਸੇ ਵਿੱਚ ਭਲਾ ਹੈ, ਪੰਜਾਬ ਦੀ ਕਿਸਾਨੀ ਦੇ ਸੰਘਰਸ਼ ਦਾ ਵੀ ਇਸੇ ਵਿੱਚ ਭਲਾ ਹੈ ਕਿ ਕੈਪਟਨ ਸਾਹਿਬ ਨੂੰ ਜਿਹੜਾ ਹੈਗਾ ਉਹਨਾਂ ਨੂੰ ਸਪਸ਼ਟ ਕਿਹਾ ਜਾਵੇ ਕਿ ਜਾਂ ਤਾਂ ਤੁਸੀਂ ਜਿਹੜੀ ਪਾਰਟੀ ਲਾਈਨ ਹੈ ਉਹਦੇ ਮੁਤਾਬਕ ਗੱਲ ਕਰੋ, ਨਹੀਂ ਤਾਂ ਫਿਰ ਪਾਰਟੀ ਦੇ ਬਾਹਰ ਤੋਂ ਜਿਹੜਾ ਹੈਗਾ ਬਾਹਰ ਦਾ ਰਸਤਾ ਉਹਨਾਂ ਨੂੰ ਦਿਖਾਉਣ ਦੀ ਵੀ ਜਿਹੜੀ ਹੈਗੀ ਹੋਣੀ ਚਾਹੀਦੀ ਹੈ। ਸੋ ਇਸ ਕਰਕੇ ਉਮੀਦ ਇਹੀ ਕਰਨੀ ਬਣਦੀ ਹੈ ਭਵਿੱਖ ਦੇ ਵਿੱਚ ਬਹੁਤ ਛੇਤੀ ਆਪਾਂ ਕਹਿ ਸਕਦੇ ਹਾਂ ਕਿ 22 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਕੈਪਟਨ ਨੂੰ ਸ਼ਾਇਦ ਜਿਹੜਾ ਹੈਗਾ ਨਵੀਂ ਪਾਰਟੀ ਜੁਆਇਨ ਕਰਨ ਦਾ ਜਿਹੜਾ ਹੈਗਾ ਮੌਕਾ ਜ਼ਰੂਰ ਮਿਲੇਗਾ, ਔਰ ਉਮੀਦ ਕੀਤੀ ਜਾਣੀ ਬਣਦੀ ਹੈ ਕਿ ਉਹ ਬੀਜੇਪੀ ਦੇ ਵਿੱਚ ਹੀ ਜਾਣਗੇ, ਕਿਉਂਕਿ ਇਸ ਵੇਲੇ ਇਦਾਂ ਦੀ ਪੋਜੀਸ਼ਨ ਦੇ ਵਿੱਚ ਨਹੀਂ ਹੈਗੇ ਕਿ ਕੋਈ ਨਵੀਂ ਪਾਰਟੀ ਬਣਾ ਕੇ ਇੱਥੇ ਪੰਜਾਬ ਦੇ ਵਿੱਚ ਕਿ ਉਹ ਬਾਕੀ ਪਾਰਟੀਆਂ ਨੂੰ ਕੋਈ ਨੁਕਸਾਨ ਪਹੁੰਚਾ ਸਕਣ। ਇਦਾਂ ਦੀ ਪੋਜੀਸ਼ਨ ਇਸ ਵੇਲੇ ਘੱਟੋ ਘੱਟ ਕੈਪਟਨ ਸਾਹਿਬ ਦੀ ਨਹੀਂ ਲੱਗਦੀ। ਹਾਂ, ਉਹਨਾਂ ਦੀ ਇਦਾਂ ਦੀ ਜਿਹੜੀ ਹੈਗੀ ਹੈ ਜ਼ਰੂਰ ਉਮੀਦ ਕੀਤੀ ਜਾਣੀ ਬਣਦੀ ਹੈ ਕੈਪਟਨ ਸਾਹਿਬ ਤੋਂ ਕਿ ਬੀਜੇਪੀ ਦੇ ਵਿੱਚ ਜਾਂਦੇ ਉਹ ਜ਼ਰੂਰ ਦਿਖਾਈ ਦੇ ਸਕਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ। ਸੁਖਵਿੰਦਰ ਜੀ, ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਸਾਈ ਸਾਹਿਬ ਡਾਕਟਰ ਭੀਮਿੰਦਰ ਸਿੰਘ ਜੀ ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗੀ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਦਿਓ ਇਜਾਜ਼ਤ। ਧੰਨਵਾਦ।